ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਨਾਮਦੇਵ ਐਜੂਕੇਸ਼ਨ ਹੱਬ ਵਿੱਚ। ਅੱਜ ਅਸੀਂ ਪੋਲੀਟੀਕਲ ਸਾਇੰਸ ਦਾ ਟੌਪਿਕ ਇੰਡੀਅਨ ਪਾਰਲੀਮੈਂਟ ਲੈ ਕੇ ਆਏ ਹਾਂ, ਜੋ ਪੰਜਾਬ ਵਿੱਚ ਆ ਰਹੇ ਮਾਸਟਰ ਕੇਡਰ, ਲੈਕਚਰਾਰ ਅਤੇ ਹੋਰ ਵੀ ਜਿੰਨੇ ਪੰਜਾਬ ਵਿੱਚ ਐਗਜ਼ਾਮ ਆ ਰਹੇ ਨੇ ਉਹਨਾਂ ਲਈ ਮਹੱਤਵਪੂਰਨ ਟੌਪਿਕ ਹੈ। ਸਟਾਰਟ ਕਰਦੇ ਹਾਂ ਅੱਜ ਦਾ ਲੈਕਚਰ। ਪਾਰਲੀਮੈਂਟ ਸ਼ਬਦ ਫਰਾਂਸੀਸੀ ਭਾਸ਼ਾ ਦੇ ਪਾਰਲਰ ਤੋਂ ਲਿਆ ਗਿਆ ਹੈ। ਫਰਾਂਸੀਸੀ ਭਾਸ਼ਾ ਵਿੱਚ ਪਾਰਲਰ ਸ਼ਬਦ ਦਾ ਅਰਥ ਹੈ ਬੋਲਣਾ। ਇਸ ਨੂੰ ਕਿਸੇ ਸੰਸਥਾ ਨਾਲ ਨਹੀਂ ਜੋੜਿਆ ਜਾਂਦਾ। ਭਾਰਤੀ ਸੰਸਦ ਬਰਤਾਨਵੀ ਸੰਸਦ ਦੀ ਦੇਣ ਹੈ। ਭਾਰਤੀ ਸੰਸਦ ਭਾਰਤ ਦੀ ਸਰਵਉੱਚ ਵਿਧਾਨਿਕ ਸਭਾ ਹੈ। ਭਾਰਤੀ ਸੰਸਦ ਵਿੱਚ ਰਾਸ਼ਟਰਪਤੀ ਅਤੇ ਦੋ ਸਦਨ, ਲੋਕ ਸਭਾ ਲੋਕਾਂ ਦਾ ਸਦਨ, ਰਾਜ ਸਭਾ ਰਾਜਾਂ ਦੀ ਪ੍ਰੀਸ਼ਦ ਹੁੰਦੇ ਹਨ। ਰਾਸ਼ਟਰਪਤੀ ਦੇ ਕੋਲ ਸੰਸਦ ਦੇ ਦੋਨਾਂ ਵਿੱਚੋਂ ਕਿਸੇ ਵੀ ਸਦਨ ਨੂੰ ਬੁਲਾਉਣ ਜਾਂ ਸਥਗਿਤ ਕਰਨ ਅਤੇ ਲੋਕ ਸਭਾ ਨੂੰ ਭੰਗ ਕਰਨ ਦੀ ਸ਼ਕਤੀ ਹੈ, ਪਰ ਰਾਸ਼ਟਰਪਤੀ ਇਹਨਾਂ ਸ਼ਕਤੀਆਂ ਦੀ ਵਰਤੋਂ ਪ੍ਰਧਾਨ ਮੰਤਰੀ ਜਾਂ ਮੰਤਰੀ ਪ੍ਰੀਸ਼ਦ ਦੇ ਕਹਿਣ 'ਤੇ ਕਰਦਾ ਹੈ। ਭਾਰਤੀ ਸੰਸਦ ਦਾ ਸੰਚਾਲਨ ਸੰਸਦ ਭਵਨ ਵਿੱਚ ਹੁੰਦਾ ਹੈ, ਜੋ ਕਿ ਨਵੀਂ ਦਿੱਲੀ ਵਿੱਚ ਹੈ। ਲੋਕ ਸਭਾ ਵਿੱਚ ਰਾਸ਼ਟਰ ਦੀ ਜਨਤਾ ਦੁਆਰਾ ਚੁਣੇ ਪ੍ਰਤੀਨਿਧ ਹੁੰਦੇ ਹਨ, ਜਿਨ੍ਹਾਂ ਦੀ ਗਿਣਤੀ 552 ਹੈ, ਪਰ ਅੱਜ ਕੱਲ੍ਹ ਗਿਣਤੀ 545 ਹੈ। ਰਾਜ ਸਭਾ ਇੱਕ ਸਥਾਈ ਸਦਨ ਹੈ, ਜਿਸ ਵਿੱਚ ਮੈਂਬਰਾਂ ਦੀ ਗਿਣਤੀ 250 ਹੈ। ਰਾਜ ਸਭਾ ਦੇ ਮੈਂਬਰਾਂ ਦੀ ਚੋਣ 6 ਸਾਲਾਂ ਲਈ ਹੁੰਦੀ ਹੈ। ਇਸ ਦੇ 1/3 ਮੈਂਬਰ ਹਰ 2 ਸਾਲਾਂ ਵਿੱਚ ਸੇਵਾ ਮੁਕਤ ਹੋ ਜਾਂਦੇ ਹਨ। ਫਸਟ ਕੁਐਸਚਨ, ਭਾਰਤ ਵਿੱਚ ਕਿੰਨੇ ਸਦਨੀ ਵਿਧਾਨ ਮੰਡਲ ਹੈ? 2, 3, 4, 1 ਸਦਨ। ਭਾਰਤ ਵਿੱਚ 2 ਸਦਨੀ ਵਿਧਾਨ ਮੰਡਲ ਹੈ, ਲੋਕ ਸਭਾ ਅਤੇ ਰਾਜ ਸਭਾ। ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਹੁੰਦੀ ਹੈ? 540, 545, 542, 547। ਕਿੰਨੀ ਹੁੰਦੀ ਹੈ? 545। ਵੈਸੇ ਇਹ ਗਿਣਤੀ 552 ਭਾਰਤੀ ਸੰਵਿਧਾਨ ਵਿੱਚ ਤੈਅ ਕੀਤੀ ਗਈ ਹੈ, ਪਰ ਹੁਣ ਜਿਹੜੀ ਲੋਕ ਸਭਾ ਚੱਲ ਰਹੀ ਹੈ ਉਸ ਦੇ ਮੈਂਬਰਾਂ ਦੀ ਗਿਣਤੀ 545 ਹੈ। ਭਾਰਤ ਦੇ ਰਾਸ਼ਟਰਪਤੀ ਦੁਆਰਾ ਕਿੰਨੇ ਮੈਂਬਰ ਲੋਕ ਸਭਾ ਵਿੱਚ ਨਾਮਜ਼ਦ ਕੀਤੇ ਜਾਂਦੇ ਹਨ? 12, 13, 2, 10। 2 ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ। ਦੋਵਾਂ ਸਦਨਾਂ ਵਿੱਚੋਂ ਸ਼ਕਤੀਸ਼ਾਲੀ ਕਿਹੜਾ ਸਦਨ ਹੈ? ਲੋਕ ਸਭਾ, ਰਾਜ ਸਭਾ, ਵਿਧਾਨ ਸਭਾ, ਕੋਈ ਵੀ ਨਹੀਂ। ਦੋਵਾਂ ਸਦਨਾਂ ਵਿੱਚੋਂ ਲੋਕ ਸਭਾ ਸ਼ਕਤੀਸ਼ਾਲੀ ਸਦਨ ਹੈ। ਦੋਨਾਂ ਸਦਨਾਂ ਦੀ ਸਾਂਝੀ ਬੈਠਕ ਕੌਣ ਬੁਲਾਉਂਦਾ ਹੈ? ਰਾਸ਼ਟਰਪਤੀ, ਉਪ ਰਾਸ਼ਟਰਪਤੀ, ਲੋਕ ਸਭਾ ਸਪੀਕਰ, ਰਾਜ ਸਭਾ ਸਪੀਕਰ। ਦੋਨਾਂ ਸਦਨਾਂ ਦੀ ਸਾਂਝੀ ਬੈਠਕ ਰਾਸ਼ਟਰਪਤੀ ਬੁਲਾਉਂਦਾ ਹੈ, ਅਤੇ ਇਸ ਦੀ ਪ੍ਰਧਾਨਗੀ ਕੌਣ ਕਰਦਾ ਹੈ? ਦੋਨੇ ਸਦਨਾਂ ਦੀ ਲੋਕ ਸਭਾ ਸਪੀਕਰ ਕਰਦਾ ਹੈ। ਭਾਰਤੀ ਸੰਸਦ ਦਾ ਹੇਠਲਾ ਸਦਨ ਕਿਹੜਾ ਹੈ? ਰਾਜ ਸਭਾ, ਲੋਕ ਸਭਾ, ਵਿਧਾਨ ਸਭਾ, ਕੋਈ ਵੀ ਨਹੀਂ। ਭਾਰਤੀ ਸੰਸਦ ਦਾ ਹੇਠਲਾ ਸਦਨ ਲੋਕ ਸਭਾ ਹੈ ਅਤੇ ਉੱਪਰਲਾ ਸਦਨ ਕਿਹੜਾ ਹੈ? ਰਾਜ ਸਭਾ। ਲੋਕ ਸਭਾ ਦੇ ਮੈਂਬਰਾਂ ਦੀ ਚੋਣ ਕਿਸ ਦੁਆਰਾ ਕੀਤੀ ਜਾਂਦੀ ਹੈ? ਪ੍ਰਧਾਨ ਮੰਤਰੀ ਦੁਆਰਾ, ਰਾਸ਼ਟਰਪਤੀ ਦੁਆਰਾ, ਲੋਕਾਂ ਦੁਆਰਾ, ਕਿਸੇ ਦੁਆਰਾ ਨਹੀਂ। ਲੋਕ ਸਭਾ ਦੇ ਮੈਂਬਰਾਂ ਦੀ ਚੋਣ ਲੋਕਾਂ ਦੁਆਰਾ ਹੀ ਕੀਤੀ ਜਾਂਦੀ ਹੈ। ਲੋਕ ਸਭਾ ਦਾ ਕਾਰਜਕਾਲ ਕਿੰਨਾ ਹੁੰਦਾ ਹੈ? 5 ਸਾਲ, 4 ਸਾਲ, 6 ਸਾਲ, 4 ਸਾਲ। ਲੋਕ ਸਭਾ ਦੇ ਕਾਰਜਕਾਲ 5 ਸਾਲ ਹੁੰਦਾ ਹੈ ਅਤੇ ਰਾਜ ਸਭਾ ਦਾ 6 ਸਾਲ ਹੁੰਦਾ ਹੈ। ਲੋਕ ਸਭਾ ਦੇ ਸਪੀਕਰ ਦੀ ਚੋਣ ਕਿਸ ਆਰਟੀਕਲ ਅਧੀਨ ਹੁੰਦੀ ਹੈ? ਆਰਟੀਕਲ 92, ਆਰਟੀਕਲ 93, ਆਰਟੀਕਲ 94, ਆਰਟੀਕਲ 95। ਲੋਕ ਸਭਾ ਸਪੀਕਰ ਦੀ ਚੋਣ ਆਰਟੀਕਲ 93 ਦੇ ਅਧੀਨ ਹੁੰਦੀ ਹੈ। ਲੋਕ ਸਭਾ ਦੇ ਨਵੇਂ ਚੁਣੇ ਮੈਂਬਰਾਂ ਨੂੰ ਸਹੁੰ ਕੌਣ ਚੁਕਾਉਂਦਾ ਹੈ? ਪ੍ਰੋਟੈਮ ਸਪੀਕਰ, ਸਪੀਕਰ, ਰਾਸ਼ਟਰਪਤੀ, ਪ੍ਰਧਾਨ ਮੰਤਰੀ। ਲੋਕ ਸਭਾ ਨਵੇਂ ਚੁਣੇ ਮੈਂਬਰਾਂ ਨੂੰ ਪ੍ਰੋਟੈਮ ਸਪੀਕਰ, ਰਾਸ਼ਟਰਪਤੀ ਦੁਆਰਾ ਸਹੁੰ ਚੁਕਾਉਂਦਾ ਹੈ। ਪ੍ਰੋਟੈਮ ਸਪੀਕਰ ਨੂੰ ਕੌਣ ਚੁਣਦਾ ਹੈ? ਲੋਕ ਸਭਾ ਮੈਂਬਰ, ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰਾਜ ਸਭਾ ਮੈਂਬਰ। ਪ੍ਰੋਟੈਮ ਸਪੀਕਰ ਨੂੰ ਰਾਸ਼ਟਰਪਤੀ ਚੁਣਦਾ ਹੈ। ਪ੍ਰੋਟੈਮ ਸਪੀਕਰ ਕਿਸ ਨੂੰ ਚੁਣਿਆ ਜਾਂਦਾ ਹੈ? ਸੀਨੀਅਰ ਮੈਂਬਰ, ਨੌਜਵਾਨ ਮੈਂਬਰ, ਵੱਧ ਉਮਰ ਦੇ,
ਸੀਨੀਅਰ ਅਤੇ ਵੱਧ ਉਮਰ ਵਾਲੇ ਨੂੰ। ਪ੍ਰੋ ਟਾਈਮ ਸਪੀਕਰ ਸੀਨੀਅਰ ਅਤੇ ਵੱਧ ਉਮਰ ਵਾਲੇ ਨੂੰ ਚੁਣਿਆ ਜਾਂਦਾ ਹੈ। ਲੋਕ ਸਭਾ ਅਤੇ ਰਾਜ ਸਭਾ ਸਾਂਝੇ ਸਦਨ ਦੀ ਕਾਰਵਾਈ ਕਰਦਾ ਹੈ। ਰਾਜ ਸਭਾ ਸਪੀਕਰ ਰਾਸ਼ਟਰਪਤੀ, ਲੋਕ ਸਭਾ ਸਪੀਕਰ ਪ੍ਰੋ ਟਾਈਮ ਸਪੀਕਰ। ਲੋਕ ਸਭਾ ਅਤੇ ਰਾਜ ਸਭਾ ਸਾਂਝੇ ਸਦਨ ਦੀ ਕਾਰਵਾਈ ਲੋਕ ਸਭਾ ਸਪੀਕਰ ਕਰਦਾ ਹੈ। ਲੋਕ ਸਭਾ ਦੀ ਪਹਿਲੀ ਸਪੀਕਰ ਕੌਣ ਸੀ? ਸੁਸ਼ਮਾ ਸਵਰਾਜ, ਕਿਰਨ ਰਾਣੀ, ਪ੍ਰਤਿਭਾ ਪਟੇਲ, ਮੀਰਾ ਕੁਮਾਰ। ਲੋਕ ਸਭਾ ਪਹਿਲੀ ਮਹਿਲਾ ਸਪੀਕਰ ਮੀਰਾ ਕੁਮਾਰ ਸੀ। ਪ੍ਰਤਿਭਾ ਪਾਟਿਲ ਦੇਸ਼ ਦੀ ਪਹਿਲੀ ਰਾਸ਼ਟਰਪਤੀ ਮਹਿਲਾ ਸੀ। ਸੁਸ਼ਮਾ ਸਵਰਾਜ ਵਿਦੇਸ਼ ਮੰਤਰੀ ਸੀ। ਕਾਸਟਿੰਗ ਵੋਟ ਕਿਸ ਦੁਆਰਾ ਦਿੱਤੀ ਜਾਂਦੀ ਹੈ? ਰਾਸ਼ਟਰਪਤੀ ਦੁਆਰਾ, ਪ੍ਰਧਾਨ ਮੰਤਰੀ ਦੁਆਰਾ, ਲੋਕ ਸਭਾ ਸਪੀਕਰ ਦੁਆਰਾ, ਪ੍ਰੋ ਟਾਈਮ ਸਪੀਕਰ ਦੁਆਰਾ। ਕਾਸਟਿੰਗ ਵੋਟ ਲੋਕ ਸਭਾ ਸਪੀਕਰ ਦੁਆਰਾ ਦਿੱਤੀ ਜਾਂਦੀ ਹੈ। ਜਦੋਂ ਦੋਨੇ ਸਦਨਾਂ ਵਿੱਚ ਕਿਸੇ ਬਿੱਲ ਨੂੰ ਲੈ ਕੇ ਬਹੁਮਤ ਬਰਾਬਰ ਹੋ ਜਾਵੇ ਤਾਂ ਲੋਕ ਸਭਾ ਸਪੀਕਰ ਨੂੰ ਕਾਸਟਿੰਗ ਵੋਟ ਦੇਣ ਦਾ ਅਧਿਕਾਰ ਹੈ। ਚੋਣਵੀਆਂ ਸਮਿਤੀਆਂ ਦੇ ਸਭਾਪਤੀਆਂ ਚੋਣ ਕਿਸ ਦੁਆਰਾ ਕੀਤੀ ਜਾਂਦੀ ਹੈ? ਰਾਸ਼ਟਰਪਤੀ ਦੁਆਰਾ, ਪ੍ਰਧਾਨ ਮੰਤਰੀ ਦੁਆਰਾ, ਲੋਕ ਸਭਾ ਸਪੀਕਰ ਦੁਆਰਾ, ਉਪ ਰਾਸ਼ਟਰਪਤੀ ਦੁਆਰਾ। ਚੋਣਵੀਆਂ ਸਮਿਤੀਆਂ ਸਭਾਪਤੀਆਂ ਚੋਣ ਲੋਕ ਸਭਾ ਸਪੀਕਰ ਕਰਦਾ ਹੈ। ਭਾਰਤ ਵਿੱਚ ਵਿਧਾਨ ਮੰਡਲਾਂ ਦੇ ਅਧਿਅਕਸ਼ਾਂ ਦੀ ਬੈਠਕ ਦੀ ਪ੍ਰਧਾਨਗੀ ਕੌਣ ਕਰਦਾ ਹੈ? ਰਾਜ ਸਭਾ ਸਪੀਕਰ, ਲੋਕ ਸਭਾ ਸਪੀਕਰ, ਰਾਸ਼ਟਰਪਤੀ, ਉਪ ਰਾਸ਼ਟਰਪਤੀ। ਭਾਰਤ ਵਿੱਚ ਵਿਧਾਨ ਮੰਡਲਾਂ ਅਧਿਅਕਸ਼ਾਂ ਦੀ ਬੈਠਕ ਦੀ ਪ੍ਰਧਾਨਗੀ ਲੋਕ ਸਭਾ ਸਪੀਕਰ ਕਰਦਾ ਹੈ। ਰਾਜ ਸਭਾ ਕਿਸ ਆਰਟੀਕਲ ਅਧੀਨ ਹੁੰਦੀ ਹੈ? ਆਰਟੀਕਲ 80, ਆਰਟੀਕਲ 79, ਆਰਟੀਕਲ 81, ਆਰਟੀਕਲ 78। ਰਾਜ ਸਭਾ ਵਿੱਚ ਆਰਟੀਕਲ 79 ਅਧੀਨ ਹੁੰਦੀ ਹੈ। ਰਾਜ ਸਭਾ ਮੈਂਬਰਾਂ ਦੀ ਗਿਣਤੀ ਕਿੰਨੀ ਹੁੰਦੀ ਹੈ? 238, 240, 248, 245। ਰਾਜ ਸਭਾ ਮੈਂਬਰਾਂ ਦੀ ਗਿਣਤੀ 245 ਹੈ। ਜਿਹੜੀ ਕਰੰਟਲੀ ਚੱਲ ਰਹੀ ਹੈ 245 ਹੈ ਅਤੇ ਵੈਸੇ ਸੰਵਿਧਾਨ ਵਿੱਚ ਇਸ ਦੀ ਗਿਣਤੀ 250 ਨਿਸ਼ਚਿਤ ਕੀਤੀ ਗਈ ਹੈ। ਜਦੋਂ ਲੋਕ ਸਭਾ ਇਜਲਾਸ ਜਾਰੀ ਹੋਵੇ, ਕੋਈ ਮੈਂਬਰ ਸਦਨ ਦਾ ਧਿਆਨ ਕਿਸੇ ਜ਼ਰੂਰੀ ਘਟਨਾ ਵੱਲ ਦਿਵਾਉਣਾ ਚਾਹੁੰਦਾ ਹੋਵੇ, ਉਸਨੂੰ ਕੀ ਕਹਿੰਦੇ ਨੇ? ਧਿਆਨ ਦਿਵਾਊ ਮਤਾ, ਅਵਿਸ਼ਵਾਸ ਪ੍ਰਸਤਾਵ, ਵਿਸ਼ਵਾਸ ਪ੍ਰਸਤਾਵ, ਨਿੰਦਾ ਪ੍ਰਸਤਾਵ। ਉਸਨੂੰ ਕਹਿੰਦੇ ਨੇ ਧਿਆਨ ਦਿਵਾਊ ਮਤਾ। ਸੰਵਿਧਾਨ ਵਿੱਚ ਤਰਮੀਮ ਕਰਨ ਦੀ ਸ਼ਕਤੀ ਕਿਸ ਕੋਲ ਹੁੰਦੀ ਹੈ? ਲੋਕ ਸਭਾ, ਰਾਜ ਸਭਾ, ਰਾਸ਼ਟਰਪਤੀ, ਲੋਕ ਸਭਾ ਜਾਂ ਰਾਜ ਸਭਾ। ਸੰਵਿਧਾਨ ਵਿੱਚ ਤਰਮੀਮ ਕਰਨ ਦੀ ਸ਼ਕਤੀ ਲੋਕ ਸਭਾ ਕੋਲ ਹੁੰਦੀ ਹੈ। ਰਾਜ ਸਭਾ ਦਾ ਅਧਿਅਕਸ਼ ਕੌਣ ਹੁੰਦਾ ਹੈ? ਲੋਕ ਸਭਾ ਸਪੀਕਰ, ਉਪ ਰਾਸ਼ਟਰਪਤੀ, ਪ੍ਰੋ ਟਾਈਮ ਸਪੀਕਰ, ਰਾਸ਼ਟਰਪਤੀ। ਰਾਜ ਸਭਾ ਅਧਿਅਕਸ਼ ਉਪ ਰਾਸ਼ਟਰਪਤੀ ਹੁੰਦਾ ਹੈ। ਪਹਿਲਾ ਲੋਕ ਸਭਾ ਸਪੀਕਰ ਕੌਣ ਸੀ? ਜੀ.ਵੀ. ਮਲਵੰਕਰ, ਓਮ ਬਿਰਲਾ, ਮੀਰਾ ਕੁਮਾਰ, ਸੁਰਿੰਦਰ ਸਿੰਘ। ਪਹਿਲਾ ਲੋਕ ਸਭਾ ਸਪੀਕਰ ਜੀ.ਵੀ. ਮਲਵੰਕਰ ਸਨ। ਕੇਂਦਰ ਅਤੇ ਰਾਜਾਂ ਵਿਚਕਾਰ ਵਿਵਾਦਾਂ ਦਾ ਫੈਸਲਾ ਕਰਨ ਲਈ ਭਾਰਤ ਦੀ ਸੁਪਰੀਮ ਕੋਰਟ ਦੀ ਸ਼ਕਤੀ ਕਿਸ ਦੇ ਅਧੀਨ ਆਉਂਦੀ ਹੈ? ਅਪੀਲੀ ਅਧਿਕਾਰ ਖੇਤਰ, ਮੂਲ ਅਧਿਕਾਰ ਖੇਤਰ, ਸਲਾਹਕਾਰ ਅਧਿਕਾਰ ਖੇਤਰ, ਸੰਵਿਧਾਨਿਕ ਅਧਿਕਾਰ ਖੇਤਰ। ਕਿਸ ਦੇ ਅਧੀਨ ਆਉਂਦੀ ਹੈ? ਮੂਲ ਅਧਿਕਾਰ ਖੇਤਰ ਅਧੀਨ। ਕਿਸ ਵਿੱਚ ਨਿਆਇਕ ਸਮੀਖਿਆ ਪ੍ਰਣਾਲੀ ਮੌਜੂਦ ਹੈ? ਸਿਰਫ UK, ਸਿਰਫ USA, ਸਿਰਫ ਭਾਰਤ, ਭਾਰਤ ਅਤੇ USA। ਕਿਸ ਵਿੱਚ ਹੈ? ਭਾਰਤ ਅਤੇ USA ਵਿੱਚ। ਜੇਕਰ ਭਾਰਤ ਦਾ ਪ੍ਰਧਾਨ ਮੰਤਰੀ ਆਪਣਾ ਅਸਤੀਫਾ ਸੌਂਪਦਾ ਹੈ, ਇਸ ਦਾ ਅਰਥ ਕੀ ਹੋਵੇਗਾ? ਪ੍ਰਧਾਨ ਮੰਤਰੀ, ਕੈਬਨਿਟ ਅਤੇ ਸਪੀਕਰ, ਮੰਤਰੀ ਮੰਡਲ, ਸਿਰਫ ਪ੍ਰਧਾਨ ਮੰਤਰੀ ਅਤੇ ਕੈਬਨਿਟ। ਜੇਕਰ ਭਾਰਤ ਦਾ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਅਸਤੀਫਾ ਸੌਂਪਦਾ ਹੈ ਤਾਂ ਇਸ ਦਾ ਅਰਥ ਸਮੁੱਚੀ ਮੰਤਰੀ ਮੰਡਲ ਦਾ ਅਸਤੀਫਾ ਹੁੰਦਾ ਹੈ। ਸੰਸਦ ਦੇ ਦੋਹਾਂ ਸਦਨਾਂ ਇਜਲਾਸ ਕਦੋਂ ਬੁਲਾਇਆ ਜਾਂਦਾ ਹੈ? ਸਿਰਫ ਰਾਸ਼ਟਰੀ ਐਮਰਜੈਂਸੀ ਸਥਿਤੀ ਵਿੱਚ, ਜਦੋਂ ਇੱਕ ਸਦਨ ਦੁਆਰਾ ਪਾਸ ਕੀਤਾ ਬਿੱਲ ਦੂਜੇ ਸਦਨ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਇੱਕ ਸਦਨ ਦੁਆਰਾ ਪ੍ਰਮਾਣਿਤ ਟੈਕਸ ਕੋਈ ਵੀ ਨਹੀਂ। ਇਹਦਾ ਰਾਈਟ ਆਨਸਰ ਹੈ ਸਿਰਫ ਰਾਸ਼ਟਰੀ ਐਮਰਜੈਂਸੀ ਦੀ ਸਥਿਤੀ ਵਿੱਚ। ਭਾਰਤੀ ਸੰਸਦ ਦੀ ਸਾਂਝੀ ਬੈਠਕ ਸਿਰਫ 3 ਬਿੱਲਾਂ ਲਈ ਬੁਲਾਈ ਗਈ ਹੈ। ਦਾਜ ਰੋਕੂ ਬਿੱਲ 1961,
ਬੈਂਕਿੰਗ ਸੇਵਾਵਾਂ ਕਮਿਸ਼ਨ ਬਿੱਲ 1978, ਅੱਤਵਾਦ ਰੋਕੂ ਬਿੱਲ 2002। ਆਮ ਤੌਰ 'ਤੇ ਸੰਸਦ ਵਿੱਚ ਦਰਜ ਵਿਸ਼ਿਆਂ 'ਤੇ ਕਾਨੂੰਨ ਬਣਾ ਸਕਦੀ ਹੈ। ਸਮਕਾਲੀ ਸੂਚੀ, ਯੂਨੀਅਨ ਸੂਚੀ, ਰਾਜ ਸੂਚੀ, ਯੂਨੀਅਨ ਦੇ ਨਾਲ ਨਾਲ ਸਮਵਰਤੀ ਸੂਚੀ। ਆਮ ਤੌਰ 'ਤੇ ਸੰਸਦ ਕਿਸ ਵਿਸ਼ੇ ਦੇ ਕਾਨੂੰਨ ਬਣਾ ਸਕਦੀ ਹੈ? ਸਮਕਾਲੀ ਸੂਚੀ। ਜੇਕਰ ਰਾਸ਼ਟਰਪਤੀ ਆਪਣੀ ਸਹਿਮਤੀ ਲਈ ਉਸ ਨੂੰ ਭੇਜੇ ਗਏ ਬਿੱਲ ਨੂੰ ਵਾਪਸ ਕਰ ਦਿੰਦਾ ਹੈ ਅਤੇ ਸੰਸਦ ਇੱਕ ਵਾਰ ਫਿਰ ਬਿੱਲ ਨੂੰ ਇਸ ਦੇ ਅਸਲ ਰੂਪ ਲਈ ਪਾਸ ਕਰ ਦਿੰਦੀ ਹੈ ਤਾਂ ਰਾਸ਼ਟਰਪਤੀ ਕੀ ਕਰੇਗਾ? ਹੋਰ ਮੁੜ ਵਿਚਾਰਾਂ ਲਈ ਇੱਕ ਵਾਰ ਫਿਰ ਬਿੱਲ ਨੂੰ ਪਾਸ ਕਰ ਸਕਦਾ ਹੈ, ਬਿੱਲ ਨੂੰ ਮਨਜ਼ੂਰੀ ਦੇਣੀ ਹੋਵੇਗੀ, ਬਿੱਲ 'ਤੇ ਰਾਏਸ਼ੁਮਾਰੀ ਮੰਗ ਕਰ ਸਕਦਾ ਹੈ, ਬਿੱਲ 'ਤੇ ਸੁਪਰੀਮ ਕੋਰਟ ਦੀ ਰਾਏ ਮੰਗ ਸਕਦਾ ਹੈ। ਕੀ ਕਰੇਗਾ ਰਾਸ਼ਟਰਪਤੀ? ਬਿੱਲ ਨੂੰ ਮਨਜ਼ੂਰੀ ਦੇਣੀ ਹੋਵੇਗੀ। ਰਾਸ਼ਟਰਪਤੀ ਮੰਤਰੀ ਮੰਡਲ ਦੇ ਕਿਸੇ ਮੈਂਬਰ ਨੂੰ ਬਰਖਾਸਤ ਕਰ ਸਕਦਾ ਹੈ, ਆਪਣੇ ਆਪ, ਪ੍ਰਧਾਨ ਮੰਤਰੀ ਸਿਫਾਰਸ਼ 'ਤੇ, ਸਪੀਕਰ ਦੀ ਸਹਿਮਤੀ ਨਾਲ, ਸਿਰਫ ਸੰਕਟਕਾਲੀਨ ਸਥਿਤੀਆਂ ਵਿੱਚ। ਪ੍ਰਧਾਨ ਮੰਤਰੀ ਸਿਫਾਰਸ਼ 'ਤੇ ਮੰਤਰੀ ਮੰਡਲ ਦੇ ਕਿਸੇ ਮੈਂਬਰ ਨੂੰ ਬਰਖਾਸਤ ਕਰ ਸਕਦਾ ਹੈ। ਭਾਰਤ ਦੀ ਸੰਸਦ ਦੀਆਂ ਹੇਠ ਲਿਖੀਆਂ ਕਮੇਟੀਆਂ ਵਿੱਚੋਂ ਰਾਜ ਸਭਾ ਦਾ ਕੋਈ ਮੈਂਬਰ ਨਹੀਂ ਹੈ। ਅਨੁਮਾਨ ਕਮੇਟੀ, ਲੋਕ ਲੇਖਾ ਕਮੇਟੀ, ਪਬਲਿਕ ਅੰਡਰਟੇਕਿੰਗ ਕਮੇਟੀ, ਵਿੱਤ ਵਿਭਾਗੀ ਤੌਰ 'ਤੇ ਸੰਬੰਧਿਤ ਸਥਾਈ ਕਮੇਟੀ। ਰਾਜ ਸਭਾ ਮੈਂਬਰ ਕਿਹੜੀ ਕਮੇਟੀ 'ਚ ਨਹੀਂ ਹੈ? ਅਨੁਮਾਨ ਕਮੇਟੀ ਵਿੱਚ। ਰਾਸ਼ਟਰਪਤੀ ਆਰਡੀਨੈਂਸ ਕਦੋਂ ਤੱਕ ਲਾਗੂ ਰਹਿ ਸਕਦਾ ਹੈ? ਅਣਮਿੱਥੇ ਸਮੇਂ ਲਈ, 9 ਮਹੀਨੇ ਲਈ, 3 ਮਹੀਨੇ ਲਈ, 6 ਮਹੀਨੇ ਲਈ। ਆਰਡੀਨੈਂਸ 6 ਮਹੀਨਿਆਂ ਤੱਕ ਲਾਗੂ ਰਹਿ ਸਕਦਾ ਹੈ। ਸੰਸਦ ਦੇ ਖਰਚੇ ਕਿਸ ਦੁਆਰਾ ਨਿਯੰਤਰਿਤ ਕੀਤੇ ਜਾਂਦੇ ਹਨ? ਪ੍ਰਧਾਨ ਦੁਆਰਾ। ਰਾਸ਼ਟਰੀ ਵਿਕਾਸ ਕੌਂਸਲ, ਵਿੱਤ ਕਮਿਸ਼ਨ, ਕੰਪਟਰੋਲਰ ਤੇ ਆਡੀਟਰ ਜਨਰਲ। ਸੰਸਦ ਦੇ ਖਰਚੇ ਕੰਪਟਰੋਲਰ ਤੇ ਆਡੀਟਰ ਜਨਰਲ ਦੁਆਰਾ ਨਿਯੰਤਰਿਤ ਕੀਤੇ ਜਾਂਦੇ ਹਨ। ਭਾਰਤੀ ਸੰਵਿਧਾਨ ਦੇ ਜ਼ਿਆਦਾਤਰ ਉਪਬੰਧਾਂ ਵਿੱਚ ਸੋਧ ਕੀਤੀ ਜਾ ਸਕਦੀ ਹੈ। ਅੱਧੇ ਰਾਜਾਂ ਦੁਆਰਾ ਪ੍ਰਵਾਨਗੀ 'ਤੇ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਦੀ ਸਾਂਝੀ ਪ੍ਰਵਾਨਗੀ ਨਾਲ ਰਾਜ ਵਿਧਾਨ ਸਭਾਵਾਂ ਦੁਆਰਾ ਇਕੱਠੇ ਕੰਮ ਕਰਦੇ ਹੋਏ ਇਕੱਲੇ ਸੰਸਦ ਦੁਆਰਾ ਉਪਬੰਧਾਂ ਵਿੱਚ ਸੋਧ ਕੀਤੀ ਜਾ ਸਕਦੀ ਹੈ। ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ ਦੁਆਰਾ ਕਿਹੜੀ ਡਿਊਟੀ ਨਹੀਂ ਨਿਭਾਈ ਜਾਂਦੀ? ਸੰਕਟਕਾਲੀਨ ਫੰਡਾਂ ਅਤੇ ਜਨਤਕ ਖਾਤਿਆਂ ਤੋਂ ਖਰਚਾ, ਭਾਰਤ ਦੇ ਏਕੀਕ੍ਰਿਤ ਫੰਡ ਤੋਂ ਖਰਚਾ, ਵਪਾਰ, ਨਿਰਮਾਣ, ਲਾਭ ਅਤੇ ਨੁਕਸਾਨ ਦੇ ਖਾਤੇ, ਜਨਤਕ ਪੈਸੇ ਦੀ ਰਸੀਦ ਅਤੇ ਜਾਰੀ ਕਰਨਾ। ਇਹ ਯਕੀਨੀ ਬਣਾਉਣ ਲਈ ਕਿ ਜਨਤਕ ਮਾਲੀਆ ਖਜ਼ਾਨੇ ਵਿੱਚ ਦਰਜ ਕੀਤਾ ਗਿਆ ਹੈ। ਕੈਗ ਦੁਆਰਾ ਕਿਹੜੀ ਡਿਊਟੀ ਨਹੀਂ ਨਿਭਾਈ ਜਾਂਦੀ? ਜਨਤਕ ਪੈਸੇ ਦੀ ਰਸੀਦ ਜਾਰੀ ਕਰਨਾ ਅਤੇ ਇਹ ਯਕੀਨੀ ਬਣਾਉਣ ਲਈ ਕਿ ਜਨਤਕ ਮਾਲੀਆ ਖਜ਼ਾਨੇ ਵਿੱਚ ਦਰਜ ਕੀਤਾ ਗਿਆ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਸੰਸਦ ਨਾਲ ਸੰਬੰਧਿਤ ਨਹੀਂ ਹੈ? ਖਾਰਜ ਕਰਨਾ, ਭੰਗ, ਪ੍ਰਯੋਗ, ਮੁਲਤਵੀ। ਕਿਹੜਾ ਸੰਬੰਧਿਤ ਨਹੀਂ ਹੈ ਸੰਸਦ ਨਾਲ? ਖਾਰਜ ਕਰਨਾ, ਡਿਸਮਿਸ। ਸੰਸਦ ਵਿੱਚ ਪਹਿਲਾ ਲੋਕਪਾਲ ਬਿੱਲ ਕਦੋਂ ਪਾਸ ਕੀਤਾ ਗਿਆ? 1968, 1970, 1971, 1969। ਪਹਿਲਾ ਲੋਕਪਾਲ ਬਿੱਲ 1968 ਵਿੱਚ ਪੇਸ਼ ਕੀਤਾ ਗਿਆ। ਭਾਰਤੀ ਸੰਵਿਧਾਨ ਵਿੱਚ ਮਨੀ ਬਿੱਲ ਕਿਸ ਆਰਟੀਕਲ ਅਧੀਨ ਆਉਂਦਾ ਹੈ? ਆਰਟੀਕਲ 110, ਆਰਟੀਕਲ 112, ਆਰਟੀਕਲ 113, ਆਰਟੀਕਲ 109। ਆਰਟੀਕਲ 110 ਅਧੀਨ ਮਨੀ ਬਿੱਲ ਆਉਂਦਾ ਹੈ। ਲੋਕ ਸਭਾ ਸਾਲ ਵਿੱਚ ਕਿੰਨੇ ਸੈਸ਼ਨ ਹੋਣੇ ਜ਼ਰੂਰੀ ਨੇ? 2, 3, 4, 1। ਲੋਕ ਸਭਾ ਸਾਲ ਵਿੱਚ 2 ਸੈਸ਼ਨ ਹੋਣੇ ਜ਼ਰੂਰੀ ਹਨ। ਸਰਕਾਰੀ ਭਾਸ਼ਾ ਬਾਰੇ ਸੰਸਦ ਦੀ ਕਮੇਟੀ ਦੇ ਮੈਂਬਰ ਸ਼ਾਮਲ ਹੁੰਦੇ ਨੇ। ਲੋਕ ਸਭਾ ਤੋਂ 10, ਰਾਜ ਸਭਾ ਤੋਂ 20, ਲੋਕ ਸਭਾ ਤੋਂ 20, ਰਾਜ ਸਭਾ ਤੋਂ 10, ਲੋਕ ਸਭਾ ਤੋਂ 10, ਰਾਜ ਸਭਾ ਤੋਂ 10, ਲੋਕ ਸਭਾ ਤੋਂ 20, ਰਾਜ ਸਭਾ ਤੋਂ 20। ਸਰਕਾਰੀ ਭਾਸ਼ਾ ਬਾਰੇ ਸੰਸਦ ਦੀ ਕਮੇਟੀ ਵਿੱਚ ਲੋਕ ਸਭਾ ਤੋਂ 20 ਅਤੇ ਰਾਜ ਸਭਾ ਤੋਂ 10 ਮੈਂਬਰ ਹੁੰਦੇ ਨੇ। ਹੁਣ ਕਿਹੜੀ ਲੋਕ ਸਭਾ ਚੱਲ ਰਹੀ ਹੈ? 15ਵੀਂ, 16ਵੀਂ, 17ਵੀਂ, 18ਵੀਂ। ਹੁਣ ਚੱਲ ਰਹੀ ਹੈ 17ਵੀਂ ਲੋਕ ਸਭਾ। ਇਸ ਦੇ ਹੈੱਡ ਕੌਣ ਨੇ? ਪ੍ਰਧਾਨ ਮੰਤਰੀ ਨਰਿੰਦਰ ਕੁਮਾਰ ਮੋਦੀ। ਰਾਜ ਸਭਾ ਮੈਂਬਰਾਂ ਦੀ ਚੋਣ ਕਿਸ ਦੇਸ਼ ਦੇ ਸੰਵਿਧਾਨ ਤੋਂ ਲਈ ਗਈ ਹੈ? ਕੈਨੇਡਾ, ਆਇਰਲੈਂਡ, ਦੱਖਣੀ ਅਫਰੀਕਾ, ਬ੍ਰਿਟੇਨ। ਰਾਜ ਸਭਾ ਮੈਂਬਰਾਂ ਦੀ ਚੋਣ ਦੱਖਣੀ ਅਫਰੀਕਾ ਤੋਂ ਲਈ ਗਈ ਹੈ। ਰਾਜ ਸਭਾ ਵਿੱਚ ਪ੍ਰਤੀਨਿਧਤਾ ਵਾਲੇ ਕੇਂਦਰ ਸ਼ਾਸਿਤ ਪ੍ਰਦੇਸ਼ ਕਿਹੜੇ ਹਨ?
दिल्ली लक्षद्वीप, पुडुचेरी लक्षद्वीप, दिल्ली ते अंडोमान निकोबार ਅਤੇ ਨਿਕੋਬਾਰ टापू, दिल्ली ते पुडुचेरी। ਰਾਜ ਸਭਾ ਵਿੱਚ ਪ੍ਰਤੀਨਿਧਤਾ ਵਾਲੇ ਕੇਂਦਰ ਸ਼ਾਸਿਤ ਪ੍ਰਦੇਸ਼ ਦਿੱਲੀ ਤੇ ਪੁਡੂਚੇਰੀ ਹਨ। ਇਹ ਵਿਸ਼ਵਾਸ ਪ੍ਰਸਤਾਵ ਕਿਸ ਸਦਨ ਵਿੱਚ ਸ਼ੁਰੂ ਕੀਤਾ ਜਾਂਦਾ ਹੈ? ਲੋਕ ਸਭਾ, ਰਾਜ ਸਭਾ, ਵਿਧਾਨ ਸਭਾ, ਲੋਕ ਸਭਾ ਅਤੇ ਰਾਜ ਸਭਾ। ਜਿਹੜਾ ਇਹ ਵਿਸ਼ਵਾਸ ਪ੍ਰਸਤਾਵ ਹੈ ਲੋਕ ਸਭਾ ਵਿੱਚ ਸ਼ੁਰੂ ਕੀਤਾ ਜਾਂਦਾ ਹੈ। ਭਾਰਤੀ ਸੰਸਦ ਵਿੱਚ ਲੋਕ ਲੇਖਾ ਕਮੇਟੀ ਦਾ ਅਧਿਅਕਸ਼ ਕੌਣ ਹੁੰਦਾ ਹੈ? ਵਿਪਕਸ਼ੀ ਦਲ ਦਾ ਨੇਤਾ, ਰਾਜ ਸਭਾ ਚੇਅਰਮੈਨ, ਲੋਕ ਸਭਾ ਚੇਅਰਮੈਨ, ਪ੍ਰਧਾਨ ਮੰਤਰੀ। ਲੋਕ ਲੇਖਾ ਕਮੇਟੀ ਦਾ ਚੇਅਰਮੈਨ ਕੌਣ ਹੁੰਦਾ ਹੈ? ਵਿਪਕਸ਼ੀ ਦਲ ਦਾ ਨੇਤਾ। ਭਾਰਤੀ ਸੰਸਦ ਵਿੱਚ ਕੰਮਕਾਜ ਜ਼ੀਰੋ ਹਾਵਰ ਕੀ ਹੁੰਦਾ ਹੈ? ਪ੍ਰਸ਼ਨ ਕਾਲ ਤੋਂ ਪਹਿਲੇ ਦਾ ਸਮਾਂ, ਪ੍ਰਸ਼ਨ ਕਾਲ ਤੋਂ ਬਾਅਦ ਦਾ ਸਮਾਂ, ਸੱਤਰ ਦਾ ਪਹਿਲਾ ਘੰਟਾ, ਕੋਈ ਨਹੀਂ। ਜਿਹੜਾ ਜ਼ੀਰੋ ਹਾਵਰ ਹੁੰਦਾ ਉਹ ਹੁੰਦਾ ਪ੍ਰਸ਼ਨ ਕਾਲ ਤੋਂ ਬਾਅਦ ਦਾ ਸਮਾਂ। ਭਾਰਤੀ ਸੰਸਦੀ ਪ੍ਰਣਾਲੀ ਕਿਸ ਦੇਸ਼ ਤੋਂ ਲਈ ਗਈ ਹੈ? ਬ੍ਰਿਟੇਨ, ਕੈਨੇਡਾ, ਜਾਪਾਨ, ਅਮਰੀਕਾ। ਭਾਰਤੀ ਸੰਸਦੀ ਪ੍ਰਣਾਲੀ ਬ੍ਰਿਟੇਨ ਤੋਂ ਲਈ ਗਈ ਹੈ। ਭਾਰਤੀ ਸੰਸਦ ਦੇ ਕਿੰਨੇ ਅੰਗ ਹੁੰਦੇ ਹਨ? 2, 3, 4, 5। ਭਾਰਤੀ ਸੰਸਦ ਦੇ 3 ਅੰਗ ਹਨ, ਰਾਸ਼ਟਰਪਤੀ, ਲੋਕ ਸਭਾ ਅਤੇ ਰਾਜ ਸਭਾ। ਮੰਤਰੀ ਪ੍ਰੀਸ਼ਦ ਕਿਸ ਪ੍ਰਤੀ ਉੱਤਰਦਾਈ ਹੁੰਦੀ ਹੈ? ਲੋਕ ਸਭਾ, ਮੰਤਰੀ ਪ੍ਰੀਸ਼ਦ, ਰਾਜ ਸਭਾ, ਰਾਸ਼ਟਰਪਤੀ। ਮੰਤਰੀ ਪ੍ਰੀਸ਼ਦ ਲੋਕ ਸਭਾ ਪ੍ਰਤੀ ਉੱਤਰਦਾਈ ਹੁੰਦੀ ਹੈ। ਲੋਕ ਸਭਾ ਦੀ ਬੈਠਕ ਲਈ ਕਿੰਨਾ ਕੋਰਮ ਹੋਣਾ ਜ਼ਰੂਰੀ ਹੈ? 1/10, 1/8, 2/8, 1/6। ਲੋਕ ਸਭਾ ਦੀ ਬੈਠਕ ਲਈ 1/10 ਕੋਰਮ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਿਨਾਂ ਲੋਕ ਸਭਾ ਦੀ ਬੈਠਕ ਨਹੀਂ ਚੱਲ ਸਕਦੀ। ਅੱਜ ਦਾ ਲੈਕਚਰ ਇੱਥੇ ਹੀ ਸਮਾਪਤ ਹੁੰਦਾ ਹੈ। ਧੰਨਵਾਦ। ਆਪਣੇ ਚੈਨਲ ਨੂੰ ਸਬਸਕ੍ਰਾਈਬ, ਲਾਈਕ, ਸ਼ੇਅਰ ਜ਼ਰੂਰ ਕਰਨਾ। ਧੰਨਵਾਦ ਸਾਰਿਆਂ ਦਾ।